ਇਨਸਾਨ ਸਾਰੀ ਉਮਰ ਸਿੱਖਦਾ ਹੈ। ਹਰ ਉਮਰ ਦਾ ਪੜਾਅ ਉਸ ਨੂੰ ਨਵੇਂ-ਨਵੇਂ ਤਜਰਬੇ ਸਿਖਾਉਂਦਾ ਹੈ। ਬਹੁਤੇ ਇਨਸਾਨ ਆਪ ਹੀ ਗਲਤੀਆਂ ਕਰਕੇ ਸਿੱਖਦੇ ਹਨ ਤੇ ਸਮਝਦਾਰ ਇਨਸਾਨ ਇੱਕੋ ਵੇਲੇ ਆਲੇ ਦੁਆਲੇ ਵਿੱਚ ਵਾਪਰ ਰਹੀਆਂ ਘਟਨਾਵਾਂ ਜਾਂ ਹੋਰਨਾਂ ਦੀਆਂ ਗਲਤੀਆਂ ਤੋਂ ਵੀ ਸਿੱਖ ਕੇ ਅੱਗੇ ਵਧਦੇ ਹਨ। ਨਾਵਲ ਟੋਪੀ ਸ਼ੁਕਲਾ ਸਾਨੂੰ ਇੱਕ ਅਜਿਹੇ ਜਾਵੀਏ ਤੋਂ ਜ਼ਿੰਦਗੀ ਦੇ ਦਰਸ਼ਨ ਕਰਾਉਂਦਾ ਹੈ ਜਿੱਥੇ ਇਹ ਸਮਝ ਵਿਕਸਿਤ ਹੁੰਦੀ ਹੈ ਕਿ ਲੋਕ ਤੁਹਾਡੇ ਨਾਲ ਵਰਤ ਰਹੇ ਹਨ ਜਾਂ ਤੁਹਾਨੂੰ ਵਰਤ ਰਹੇ ਹਨ। ਕਿਸੇ ਨੂੰ ਬਣਾਉਣ ਜਾਂ ਖੜਾ ਕਰਨ ਦੇ ਲਈ ਆਪਣੇ ਸੁਪਨੇ ਦਾਅ 'ਤੇ ਲਾਉਣੇ ਕਿਹੜੇ ਹਨੇਰੇ ਵੱਲ ਧੱਕ ਸਕਦੇ ਹਨ, ਇਸ ਦਾ ਬੋਧ ਕਰਾਉਣਾ ਇਸ ਨਾਵਲ ਦਾ ਸਿਖਰ ਹੈ। ਬਾਕੀਆਂ ਲਈ ਇਹ ਨਾਵਲ ਪੜ੍ਹਨਾ ਜ਼ਰੂਰੀ ਹੀ ਹੈ, ਪਰ ਇੰਟਰੋਵਰਟ ਲੋਕਾਂ ਲਈ ਇਹ ਨਾਵਲ ਪੜ੍ਹਨਾ ਹੋਰ ਵੀ ਜ਼ਰੂਰੀ ਹੈ। ਅਗਲੇ ਹਿੱਸੇ ਵਿੱਚ ਇਸ ਨਾਵਲ ਦੇ ਲੇਖਕ ਅਤੇ ਇਸ ਨਾਵਲ ਦੇ ਵਿਸ਼ੇ ਬਾਰੇ ਚਰਚਾ ਕਰਾਂਗੇ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੜ੍ਹੀਆਂ ਬਾਬਤ ਗੱਲਾਂ ਨਾਵਲ ਟੋਪੀ ਸ਼ੁਕਲਾ ਦੇ ਨਾਲ। ਪ੍ਰੋਗਰਾਮ ਪੜ੍ਹੀਆਂ ਬਾਬਤ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ। ਟੋਪੀ ਸ਼ੁਕਲਾ ਰਾਹੀ ਮਾਸੂਮ ਰਜ਼ਾ ਦਾ ਲਿਖਿਆ ਨਾਵਲ ਹੈ, ਜਿਸ ਨੂੰ ਪੰਜਾਬੀ ਵਿੱਚ ਮਹਿੰਦਰ ਬੇਦੀ ਜੈਤੋ ਨੇ ਅਨੁਵਾਦ ਕੀਤਾ ਹੈ। ਰਾਹੀ ਮਾਸੂਮ ਰਜ਼ਾ ਦੀ ਲੇਖਣੀ ਦੀ ਸ਼ੁਰੂਆਤ ਸ਼ਾਇਰੀ ਨਾਲ ਹੋਈ ਸੀ। ਨया ਸਾਲ, ਮੌਜੇ ਗੁਲ, ਮੌਜੇ ਸਬਾ, ਰਕਸੇ ਮੈਂ, ਅਜਨਬੀ ਸ਼ਹਿਰ, अजनबी रस्ते, आधा गांव, 1857, हिम्मत जौनपुरी, ओस की बूंद, दिल एक सादा कागज, कटड़ा भी आरजू, असंतोष के दिन, नीम का पेड़, मोहब्बत के सिवा, मैं एक फेरी वाला, टोपी शुक्ला, चर्चित किताबां दे नाल छोटे आदमी की बड़ी कहानी स्वै जीवनी भी लिखी। इस दे नाल महाभारत लड़ीवार की पट कथा ਅਤੇ ਸੰਵਾਦ ਵੀ ਲਿਖੇ। ਮਹਾਭਾਰਤ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਦਾ ਪ੍ਰਸਿੱਧ ਅਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਲੜੀਵਾਰ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਪਟ ਕਥਾ ਅਤੇ ਸੰਵਾਦ ਲਿਖਣ ਲਈ ਜਦੋਂ ਰਾਹੀ ਮਾਸੂਮ ਰਜ਼ਾ ਦੇ ਨਾਂ ਦਾ ਜ਼ਿਕਰ ਹੋਇਆ ਤਾਂ ਹਿੰਦੂ ਕੱਟੜ ਵਿਚਾਰਧਾਰਾ ਵਾਲਿਆਂ ਨੇ ਅਖਬਾਰਾਂ ਦੇ ਕਾਲਮ ਅਤੇ ਸਟੇਜਾਂ ਉੱਪਰ ਇਸ ਮੁਸਲਮਾਨ ਲੇਖਕ ਦਾ ਬਹੁਤ ਵਿਰੋਧ ਕੀਤਾ। ਇੱਕ ਵਾਰ ਤਾਂ ਰਾਹੀ ਮਾਸੂਮ ਰਜ਼ਾ ਨੇ ਵੀ ਮਨਾ ਕਰ ਦਿੱਤਾ ਸੀ ਲਿਖਣ ਤੋਂ। ਫਿਰ ਨਿਰਦੇਸ਼ਕ B.R. ਚੋਪੜਾ ਦੇ ਮਨਾਉਣ ਤੇ ਇਹ ਕਾਰਜ ਪੂਰਾ ਕੀਤਾ। ਜਦੋਂ ਦਰਸ਼ਕਾਂ ਨੇ ਮਹਾਭਾਰਤ ਦੇ ਸੰਵਾਦ ਸੁਣੇ ਤਾਂ ਉਹਨਾਂ ਨੇ ਰਾਹੀ ਮਾਸੂਮ ਰਜ਼ਾ ਦੀ ਕਲਮ ਦਾ ਲੋਹਾ ਮੰਨਿਆ ਤੇ ਆਖਿਆ ਇਹ ਕੰਮ ਸਿਰਫ ਰਾਹੀ ਮਾਸੂਮ ਰਜ਼ਾ ਹੀ ਕਰ ਸਕਦਾ ਸੀ। ਰਾਹੀ ਮਾਸੂਮ ਰਜ਼ਾ ਦਾ ਜਨਮ ਗਾਜੀਪੁਰ ਯੂਪੀ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਤੋਂ ਬਾਅਦ ਅਲੀਗੜ੍ਹ ਚਲੇ ਗਏ। ਅਗਲੇਰੀ ਪੜ੍ਹਾਈ ਤੇ ਉਰਦੂ ਸਾਹਿਤ ਦੇ ਭਾਰਤੀ ਸਰੂਪ ਉੱਪਰ ਉੱਥੇ ਰਹਿ ਕੇ PhD ਕੀਤੀ। ਟੋਪੀ ਸ਼ੁਕਲਾ ਨਾਵਲ ਪੀਪਲਜ਼ ਫੋਰਮ ਬਰਗਾੜੀ ਫਰੀਦਕੋਟ ਵਾਲਿਆਂ ਨੇ ਛਾਪਿਆ ਹੈ। ਇਸ ਦੇ ਕੁੱਲ 118 ਸਫ਼ੇ ਹਨ ਅਤੇ ਕੀਮਤ 100 ਰੁਪਏ ਹੈ। ਇਸ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਮਹਿੰਦਰ ਬੇਦੀ ਜੈਤੋ ਨੇ ਕੀਤਾ ਹੈ। ਟੋਪੀ ਸ਼ੁਕਲਾ ਦਾ ਪੂਰਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਸੀ। ਟੋਪੀ ਸ਼ੁਕਲਾ ਇੱਕ ਅਤ ਸਧਾਰਨ ਲੜਕੇ ਦੀ ਕਹਾਣੀ ਹੈ। ਇੱਕ ਇਸ ਤਰ੍ਹਾਂ ਦੀ ਕਹਾਣੀ ਜਿਸ ਨੂੰ ਕਦੇ ਵੀ ਗੌਲਿਆ ਨਾ ਜਾਂਦਾ। ਉਸ ਦਾ ਬਚਪਨ ਸਧਾਰਨ ਹੁੰਦਿਆਂ ਵੀ ਅਸਧਾਰਨ ਸੀ। ਦੇਸ਼ ਦੀ ਰਾਜਨੀਤੀ, ਸਮਾਜ ਵਿੱਚ ਧਾਰਮਿਕ ਕੱਟੜਤਾ, ਜਾਤ, ਭਾਸ਼ਾ ਕਾਰਨ ਸਮਾਜ ਦੀ ਵੰਡ ਉਸ ਦੇ ਬਚਪਨ ਦੇ ਗੰਭੀਰ ਮਸਲੇ ਸਨ ਜੋ ਉਸ ਦੇ ਬਚਪਨ ਨੂੰ ਅਸਹਿਜ ਕਰਦੇ ਰਹੇ ਸਨ। ਉਸ ਦਾ ਘਰ ਵਿੱਚ ਦੂਜੀ ਔਲਾਦ ਹੋਣਾ ਵੀ ਉਸ ਦਾ ਦੁਸ਼ਮਣ ਸੀ। ਉਸ ਦੀਆਂ ਸਿੱਧੀਆਂ ਗੱਲਾਂ ਉਸ ਦੀ ਮਾਰ ਦਾ ਕਾਰਨ ਬਣਦੀਆਂ ਸਨ। ਇਰਫਾਨ ਨਾਲ ਦੋਸਤੀ ਹੀ ਕੁਝ ਚਿਰ ਦਾ ਸਕੂਨ ਸੀ। ਟੋਪੀ ਸ਼ੁਕਲਾ ਦੇ ਬਚਪਨ ਵਿੱਚੋਂ ਕੁਝ ਸੰਵਾਦਾਂ ਰਾਹੀਂ ਉਸ ਦੇ ਬਚਪਨ ਅਤੇ ਉਸ ਦੀ ਮਾਸੂਮੀਅਤ ਬਾਰੇ ਸਹੀ ਸਮਝ ਪੈਦਾ ਕੀਤੀ ਜਾ ਸਕਦੀ ਹੈ। ਸੰਸਾਰ ਦੇ ਸਾਰੇ ਛੋਟੇ ਵੱਡੇ ਲੋਕਾਂ ਵਾਂਗ ਟੋਪੀ ਵੀ ਬੇਨਾਮ ਹੀ ਪੈਦਾ ਹੋਇਆ ਸੀ। ਨਾਂ ਦੀ ਲੋੜ ਤਾਂ ਮਰਨ ਵਾਲਿਆਂ ਨੂੰ ਹੁੰਦੀ ਹੈ। ਗਾਂਧੀ ਤੇ ਗੌਡਸੇ ਵੀ ਬੇਨਾਮ ਹੀ ਪੈਦਾ ਹੋਏ ਸਨ। ਜਨਮ ਲੈਣ ਲਈ ਅੱਜ ਤੱਕ ਕਿਸੇ ਨੂੰ ਨਾਂ ਦੀ ਲੋੜ ਨਹੀਂ ਪਈ। ਜੰਮਦੇ ਤਾਂ ਸਿਰਫ ਬੱਚੇ ਹਨ। ਮਰਦੇ ਮਰਦੇ ਉਹ ਹਿੰਦੂ, ਮੁਸਲਮਾਨ, ਈਸਾਈ, ਨਾਸਤਕ, ਹਿੰਦੁਸਤਾਨੀ, ਪਾਕਿਸਤਾਨੀ, ਗੋਰੇ, ਕਾਲੇ ਤੇ ਪਤਾ ਨਹੀਂ ਹੋਰ ਕੀ ਕੀ ਬਣ ਜਾਂਦੇ ਨੇ। ਆਪਣਾ ਬਲਭਦਰ ਨਾਰਾਇਣ ਸ਼ੁਕਲਾ
ਨਾ ਤਾਂ ਆਦਮ ਸੀ ਨਾ ਹੀ ਰਾਜਕੁਮਾਰ। ਇਸ ਲਈ ਉਸ ਨੂੰ ਨਾ ਸ਼ੈਤਾਨ ਦਾ ਡਰ ਸੀ ਨਾ ਹੀ ਪੰਡਤਾਂ ਨਜੂਮੀਆਂ ਦਾ। ਉਹ ਤਾਂ ਸਿਰਫ ਪੰਡਤ ਭਿਰਗੂ ਨਰਾਇਣ ਨੀਲੇ ਤੇਲ ਵਾਲੇ ਦਾ ਦੂਜਾ ਪੁੱਤਰ ਸੀ। ਇਸੇ ਸਿਰਫ ਵਿੱਚ ਟੋਪੀ ਦੇ ਪੂਰੇ ਜੀਵਨ ਦਾ ਦੁਖਾਂਤ ਲੁਕਿਆ ਹੋਇਆ ਸੀ। ਸੱਚ ਪੁੱਛੋ ਤਾਂ ਇਹ ਕਹਾਣੀ ਵੀ ਇਸੇ ਸਿਰਫ ਦੀ ਕਹਾਣੀ ਹੈ। ਉਸ ਦਿਨ ਟੋਪੀ ਬੜਾ ਉਦਾਸ ਰਿਹਾ। ਉਹ ਅਜੇ ਇੰਨਾ ਵੱਡਾ ਨਹੀਂ ਸੀ ਹੋਇਆ ਕਿ ਝੂਠ ਤੇ ਸੱਚ ਦੇ ਕਿੱਸੇ ਵਿੱਚ ਪੈਂਦਾ, ਤੇ ਸੱਚ ਗੱਲ ਤਾਂ ਇਹ ਹੈ ਕਿ ਉਹ ਇੰਨਾ ਵੱਡਾ ਕਦੇ ਵੀ ਨਹੀਂ ਹੋ ਸਕਿਆ। ਉਸ ਦਿਨ ਉਸਨੇ ਇੰਨੀ ਮਾਰ ਖਾਧੀ ਕਿ ਉਸ ਦਾ ਸਾਰਾ ਪਿੰਡਾ ਦੁਖ ਰਿਹਾ ਸੀ। ਉਹ ਲਗਾਤਾਰ ਇੱਕੋ ਗੱਲ ਸੋਚਦਾ ਰਿਹਾ, ਜੇ ਕਿਤੇ ਇੱਕ ਦਿਨ ਵਾਸਤੇ ਹੀ ਸਹੀ ਉਹ ਮੁੰਨੀ ਬਾਬੂ ਨਾਲੋਂ ਵੱਡਾ ਹੋ ਜਾਏ ਤਾਂ ਉਸ ਨੂੰ ਦੇਖ ਲਏਗਾ। ਪਰ ਮੁੰਨੀ ਬਾਬੂ ਨਾਲੋਂ ਵੱਡਾ ਹੋ ਸਕਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਹ ਮੁੰਨੀ ਬਾਬੂ ਨਾਲੋਂ ਛੋਟਾ ਪੈਦਾ ਹੋਇਆ ਸੀ ਤੇ ਹਮੇਸ਼ਾ ਉਸ ਤੋਂ ਛੋਟਾ ਹੀ ਰਿਹਾ। ਲੇਖਕ ਆਪਣੇ ਇਸ ਨਾਵਲ ਵਿੱਚ ਦੇਸ਼ ਵੰਡ ਦੇ ਸਮੇਂ ਅਤੇ ਆਜ਼ਾਦੀ ਤੋਂ ਬਾਅਦ ਮੁਸਲਮਾਨਾਂ ਦੇ ਦੇਸ਼ ਅੰਦਰ ਜੋ ਹਾਲਾਤ ਬਣੇ ਉਹਨਾਂ ਨੂੰ ਵਿਸਥਾਰ ਵਿੱਚ ਪੇਸ਼ ਕਰਦਾ ਹੈ। ਟੋਪੀ ਦਾ ਅਲੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹੇ ਹੋਣ ਕਰਕੇ ਉਸ ਨੂੰ ਨੌਕਰੀ ਨਾ ਮਿਲਣਾ ਇਸ ਗੱਲ ਵੱਲ ਧਿਆਨ ਦਿਵਾਉਂਦਾ ਹੈ ਕਿ ਜੋ ਹਿੰਦੂ ਮੁਸਲਮਾਨਾਂ ਦੇ ਨੇੜੇ ਸਨ ਉਹਨਾਂ ਨੂੰ ਹਿੰਦੂ ਪਸੰਦ ਨਹੀਂ ਕਰਦੇ ਸਨ। ਇਹ ਨਾਵਲ ਇੱਕੋ ਸਮੇਂ ਕਈ ਪਰਤਾਂ ਵਿੱਚ ਜਕੜੇ ਜੀਵਨ ਨੂੰ ਪੇਸ਼ ਕਰਦਾ ਹੈ। ਇਸ ਕਥਾ ਦਾ ਹੀਰੋ ਟੋਪੀ ਜ਼ਰੂਰ ਹੈ, ਪਰ ਇਸ ਦੀ ਕਹਾਣੀ ਜਾਂ ਜੀਵਨੀ ਸਿਰਫ ਟੋਪੀ ਦੀ ਨਹੀਂ। ਇਹ ਕਹਾਣੀ ਇਸ ਦੇਸ਼ ਬਲਕਿ ਪੂਰੇ ਸੰਸਾਰ ਦੀ ਕਹਾਣੀ ਦਾ ਇੱਕ ਸਲਾਈਸ ਹੈ। ਇਹਨਾਂ ਸਤਰਾਂ ਰਾਹੀਂ ਨਾਵਲਕਾਰ ਦੇ ਇਸ ਨਾਵਲ ਨੂੰ ਲਿਖਣ ਦਾ ਮਨੋਰਥ ਸਾਹਮਣੇ ਆ ਜਾਂਦਾ ਹੈ। ਇਸ ਨਾਵਲ ਦੇ ਮੁੱਖ ਪਾਤਰ ਟੋਪੀ, ਇਫਨ ਤੇ ਸਕੀਨਾ ਹਨ। ਕਾਂਡ 7 ਦੇ ਸ਼ੁਰੂ ਵਿੱਚ ਨਾਵਲਕਾਰ ਆਪਣੇ ਦੋ ਪਾਤਰਾਂ ਟੋਪੀ ਅਤੇ ਇਫਨ ਦੇ ਚੁਣਨ ਦੇ ਕਾਰਨ ਦੱਸਦਾ ਹੈ। ਇਹ ਜੋ ਮੈਂ ਵਾਰੀ-ਵਾਰੀ ਇਫਨ ਦੀ ਗੱਲ ਕਰਨ ਲੱਗ ਪੈਂਦਾ ਹਾਂ, ਇਸ ਤੋਂ ਤੁਸੀਂ ਇਹ ਨਾ ਸਮਝ ਲੈਣਾ ਕਿ ਇਹ ਕਹਾਣੀ ਟੋਪੀ ਤੇ ਇਫਨ ਦੋਹਾਂ ਦੀ ਕਹਾਣੀ ਹੈ। ਨਹੀਂ ਸਾਹਿਬੋ, ਇਹ ਕਹਾਣੀ ਸਿਰਫ ਟੋਪੀ ਦੀ ਕਹਾਣੀ ਹੈ, ਪਰ ਵਾਰੀ-ਵਾਰੀ ਇਫਨ ਦੀ ਆਤਮਾ ਵਿੱਚ ਝਾਤ ਮਾਰਨੀ ਵੀ ਜ਼ਰੂਰੀ ਹੈ, ਕਿਉਂਕਿ ਦੇਸ਼ ਵਿੱਚ ਜਿਹੜਾ ਪਰਿਵਰਤਨ ਹੋ ਰਿਹਾ ਹੈ ਉਸ ਨੂੰ ਸਿਰਫ ਟੋਪੀ ਦੀ ਖਿੜਕੀ ਵਿੱਚੋਂ ਨਹੀਂ ਦੇਖਿਆ ਜਾ ਸਕਦਾ। ਇਫਨ ਵੀ ਟੋਪੀ ਦਾ ਹੀ ਇੱਕ ਰੂਪ ਹੈ। ਇਸ ਟੋਪੀ ਦੇ ਅਨੇਕਾਂ ਰੂਪ ਨੇ। ਬੰਗਾਲ, ਪੰਜਾਬ, ਯੂਪੀ, ਆਂਧਰਾ, ਅਸਾਮ, ਸਾਰੇ ਦੇਸ਼ ਵਿੱਚ ਇਹ ਟੋਪੀ ਆਪਣੀਆਂ ਸਮੱਸਿਆਵਾਂ ਦੀ ਪੰਡ ਚੁੱਕੀ ਵਿਚਾਰਧਾਰਾਵਾਂ, ਫਲਸਫਿਆਂ ਤੇ ਰਾਜਨੀਤੀ ਦੇ ਜਨਮਦਾਤਿਆਂ ਦੇ ਬੂਹੇ ਖੜਕਾ ਰਿਹਾ ਹੈ, ਪਰ ਕੋਈ ਇਸ ਨੂੰ ਢੋਈ ਨਹੀਂ ਦਿੰਦਾ। ਮੈਂ ਇਸ ਕਹਾਣੀ ਨੂੰ ਇੰਨਾ ਵਿਸਥਾਰ ਨਹੀਂ ਦੇ ਸਕਦਾ ਕਿ ਇਸ ਵਿੱਚ ਟੋਪੀ ਦੇ ਸਾਰੇ ਰੂਪ ਸਮਾ ਜਾਣ। ਇਸ ਲਈ ਸਿਰਫ ਦੋ ਰੂਪ ਚੁਣੇ ਨੇ। ਲੇਖਕ ਲਈ ਟੋਪੀ ਅਤੇ ਇਫਨ ਦੋ ਪਾਤਰ ਹੀ ਨਹੀਂ ਹਨ, ਉਹ ਇਹਨਾਂ ਪਾਤਰਾਂ ਰਾਹੀਂ ਸਮੁੱਚੇ ਭਾਰਤ ਦੇ ਹਾਲਾਤ ਪੇਸ਼ ਕਰਦਾ ਹੈ। ਕਿਵੇਂ ਇਫਨ ਦੇ ਮਨ ਵਿੱਚ ਡਰ ਹੈ ਅਤੇ ਟੋਪੀ ਇਫਨ ਤੇ ਸਕੀਨਾ ਦੀ ਦੋਸਤੀ ਕਾਰਨ ਹੀ ਹੋਰਨਾਂ ਦੀਆਂ ਨਜ਼ਰਾਂ ਵਿੱਚ ਕੋਈ ਮੁੱਲ ਨਹੀਂ ਰੱਖਦਾ। ਦੇਸ਼ ਅੰਦਰ ਦੂਜੇ ਧਰਮਾਂ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਇਸ ਦੋਸਤੀ ਨੂੰ ਜਿਉਣ ਨਹੀਂ ਦਿੰਦੀ ਅਤੇ ਦੇਸ਼ ਦੇ ਸਿਆਸਤਦਾਨ ਆਪਣੀ ਸਿਆਸਤ ਚਮਕਾਉਣ ਲਈ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕਦੇ ਹਨ। ਮੁੰਨੀ ਬਾਬੂ ਅਤੇ ਭੈਰਵ ਮੌਕਾ ਪ੍ਰਸਤ ਸਿਆਸਤਦਾਨ ਹਨ। ਦੂਜੇ ਪਾਸੇ ਸੈਯਦ ਅਬਦ ਰਜ਼ਾ ਮੁਸਲਮਾਨ ਹਿੰਦੂ ਏਕਤਾ ਦੀ ਗੱਲ ਕਰਦੇ ਦੰਗਿਆਂ ਵਿੱਚ ਘਰ ਦੇ ਅੰਦਰ ਰਹਿਣ ਦੀ ਬਜਾਏ ਲੋਕਾਂ ਨੂੰ ਫਸਾਦ ਤੋਂ ਰੋਕਦੇ ਮਾਰੇ ਜਾਂਦੇ ਹਨ। ਇਸ ਨਾਵਲ ਦਾ ਅਗਲਾ ਪੱਖ ਫਿਰਕੂ ਹਾਲਾਤਾਂ ਦੇ ਸਿੱਟਿਆਂ ਦਾ ਹੈ। ਸਕੀਨਾ ਆਪਣੇ ਮੂੰਹ ਬੋਲੇ ਹਿੰਦੂ ਭਰਾਵਾਂ ਦੇ ਰੱਖੜੀ ਬੰਨ੍ਹਦੀ ਹੈ। ਮਹੇਸ਼ ਉਸ ਨੂੰ ਸਹੀ ਸਲਾਮਤ ਆਪਣੇ ਘਰ ਪਹੁੰਚਾਉਣ ਕਰਕੇ ਮਾਰਿਆ ਜਾਂਦਾ ਹੈ। ਉਸ ਦੇ ਪਿਤਾ ਸੈਯਦ ਆਬਿਦ ਰਜ਼ਾ ਮੁਸਲਮਾਨਾਂ ਤੇ ਹਿੰਦੂਆਂ ਨੂੰ ਏਕਤਾ ਦੀ ਦੁਹਾਈ ਦਿੰਦੇ ਮਾਰੇ ਜਾਂਦੇ ਹਨ। ਦੰਗੇ ਭਾਵੇਂ ਸਿਆਸਤਦਾਨਾਂ ਦੀ ਕਿਸਮਤ ਚਮਕਾ ਦੇਣ, ਪਰੰਤੂ ਇਹਨਾਂ ਦੀ ਭੇਟ ਸਦਾ ਆਮ ਲੋਕ ਚੜ੍ਹਦੇ ਹਨ। ਲਾਸ਼, ਇਹ ਸ਼ਬਦ ਕਿੰਨਾ ਘਿਨਾਉਣਾ ਹੈ। ਆਦਮੀ ਆਪਣੀ ਮੌਤ ਆਪਣੇ ਘਰ ਵਿੱਚ ਆਪਣੇ ਬਾਲ ਬੱਚਿਆਂ ਦੇ ਸਾਹਮਣੇ ਮਰੇ, ਤਦ ਵੀ ਬਿਨਾਂ ਆਤਮਾ ਦੇ ਉਸ ਸਰੀਰ ਨੂੰ ਲਾਸ਼ ਕਿਹਾ ਜਾਂਦਾ ਹੈ।
ਤੇ ਜੇ ਆਦਮੀ ਸੜਕ ਉੱਤੇ ਕਿਸੇ ਦੰਗਾਕਾਰੀ ਦੇ ਹੱਥੋਂ ਮਾਰਿਆ ਜਾਵੇ ਤਾਂ ਵੀ ਉਸਦੇ ਸਰੀਰ ਨੂੰ ਲਾਸ਼ ਹੀ ਕਹਿੰਦੇ ਨੇ। ਭਾਸ਼ਾ ਕਿੰਨੀ ਗਰੀਬ ਹੈ, ਸ਼ਬਦਾਂ ਦਾ ਕਿੱਡਾ ਕਾਲ ਹੈ, ਤੇ ਦੰਗਿਆਂ ਵਿੱਚ ਮਾਰੇ ਜਾਣ ਵਾਲੇ ਵਿੱਚ ਫਰਕ ਨਹੀਂ ਕਰ ਸਕਦੇ। ਹਾਲਾਂਕਿ ਘਰੇ ਸਿਰਫ ਬੰਦੇ ਦੀ ਮੌਤ ਹੋਈ ਹੁੰਦੀ ਹੈ ਤੇ ਦੰਗਾਕਾਰੀਆਂ ਦੇ ਹੱਥੋਂ ਇੱਕ ਪਰੰਪਰਾ ਜਾਂ ਸਭਿਅਤਾ ਜਾਂ ਇੱਕ ਇਤਿਹਾਸ ਦੀ ਮੌਤ ਹੁੰਦੀ ਹੈ। ਕਬੀਰ ਦੇ ਰਾਮ ਦੀ ਬਹੁਰੀਆ ਮਰਦੀ ਹੈ, ਜੈਸੀ ਦੀ ਪਦਮਾਵਤੀ ਮਰਦੀ ਹੈ, ਕੁਤਬਨ ਦੀ ਮਿਰਗਾਵਤੀ ਮਰਦੀ ਹੈ, ਸੂਰ ਦੀ ਰਾਧਾ ਮਰਦੀ ਹੈ, ਵਾਰਸ ਦੀ ਹੀਰ ਮਰਦੀ ਹੈ, ਤੁਲਸੀ ਦੇ ਰਾਮ ਮਰਦੇ ਨੇ, ਅਨੀਸ ਦੇ ਹੁਸੈਨ ਮਰਦੇ ਨੇ। ਕੋਈ ਲਾਸ਼ਾਂ ਦੇ ਢੇਰ ਨੂੰ ਨਹੀਂ ਦੇਖਦਾ, ਅਸੀਂ ਲਾਸ਼ਾਂ ਗਿਣਦੇ ਹਾਂ, ਅੰਕੜੇ ਸਮੇਟਣ ਲੱਗਦੇ ਹਾਂ। 7 ਆਦਮੀ ਮਰੇ, 14 ਦੁਕਾਨਾਂ ਲੁੱਟੀਆਂ ਗਈਆਂ, 10 ਘਰਾਂ ਨੂੰ ਅੱਗ ਲਾ ਦਿੱਤੀ। ਜਿਵੇਂ ਘਰ, ਦੁਕਾਨਾਂ ਤੇ ਆਦਮੀ ਸਿਰਫ ਸ਼ਬਦ ਹੋਣ ਜਿਨ੍ਹਾਂ ਨੂੰ ਸ਼ਬਦਕੋਸ਼ ਵਿੱਚੋਂ ਕੱਢ ਕੇ ਵਾਯੂਮੰਡਲ ਵਿੱਚ ਮੰਡਲਾਉਂਦੇ ਰਹਿਣ ਲਈ ਖਿਲਾਰ ਦਿੱਤਾ ਹੋਵੇ। ਹਥਲੇ ਨਾਵਲ ਦਾ ਅਗਲਾ ਪੱਖ ਜੋ ਸਾਹਮਣੇ ਆਉਂਦਾ ਹੈ ਉਹ ਪੜ੍ਹੇ ਲਿਖੇ ਨੌਜਵਾਨਾਂ ਦੀ ਮਾਨਸਿਕ ਦਸ਼ਾ ਬਾਰੇ ਹੈ। ਜੋ ਨੌਜਵਾਨ ਸਮਾਜਿਕ ਏਕਤਾ ਅਤੇ ਦੇਸ਼ ਦੀ ਤਰੱਕੀ ਨੂੰ ਪਸੰਦ ਕਰਦੇ ਹਨ, ਉਹਨਾਂ ਲਈ ਰੋਜ਼ਗਾਰ ਦਾ ਮਸਲਾ ਖੜਾ ਹੁੰਦਾ ਹੈ, ਜਿਸ ਬਾਰੇ ਕੋਈ ਧਿਆਨ ਨਹੀਂ ਦਿੰਦਾ। ਸਾਡਾ ਦੇਸ਼, ਸਮਾਜ, ਧਰਮ, ਭਾਸ਼ਾ ਆਪਣੀਆਂ ਵੰਡੀਆਂ ਵਿੱਚ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਖਾ ਰਹੇ ਹਨ। ਇਹ ਹਾਲਾਤ ਅੱਜ ਦੇ ਭਾਰਤ ਦੇ ਵੀ ਹਨ। ਅੱਜ ਵੀ ਨੌਜਵਾਨ ਆਪਣੀਆਂ ਡਿਗਰੀਆਂ ਸਾੜ ਰਹੇ ਹਨ, ਧਰਨੇ ਲਾ ਰਹੇ ਹਨ, ਪਰ ਸਰਕਾਰਾਂ ਇਹਨਾਂ ਨੌਕਰੀਆਂ ਦੀਆਂ ਮੰਗਾਂ ਵੱਲ ਉੱਕਾ ਧਿਆਨ ਨਹੀਂ ਦਿੰਦੀਆਂ। ਹਥਲੇ ਨਾਵਲ ਵਿੱਚ ਜ਼ਿਕਰ ਹੈ ਕਿ ਸੁਣਿਆ ਜਾਂਦਾ ਹੈ ਕਿ ਪਹਿਲੇ ਜ਼ਮਾਨੇ ਵਿੱਚ ਨੌਜਵਾਨ ਮੁਲਕ ਜਿੱਤਣ, ਲੰਮੀਆਂ ਤੇ ਔਖੀਆਂ ਯਾਤਰਾਵਾਂ ਕਰਨ ਤੇ ਖਾਨਦਾਨ ਦਾ ਨਾਂ ਉੱਚਾ ਕਰਨ ਦੇ ਸੁਪਨੇ ਦੇਖਦੇ ਹੁੰਦੇ ਸਨ। ਹੁਣ ਉਹ ਸਿਰਫ ਨੌਕਰੀ ਦਾ ਸੁਪਨਾ ਦੇਖਦੇ ਨੇ। ਨੌਕਰੀ ਹੀ ਸਾਡੇ ਯੁੱਗ ਦਾ ਸਭ ਤੋਂ ਵੱਡਾ ਐਡਵੈਂਚਰ ਹੈ। ਅੱਜ ਦੇ ਫਰਿਹਾਦ ਤੇ ਇਬਨ ਬਤੂਤਾ, ਵਾਸਕੋ ਡੀ ਗਾਮਾ ਤੇ ਸਕਾਟ ਨੌਕਰੀ ਦੀ ਖੋਜ ਵਿੱਚ ਲੱਗੇ ਰਹਿੰਦੇ ਨੇ। ਨੌਕਰੀ 3 ਅੱਖਰਾਂ ਤੇ 2 ਮਾਤਰਾ ਵਾਲਾ ਇਹ ਸ਼ਬਦ ਅੱਜ ਦੇ ਸੁਪਨਿਆਂ ਦੀ ਕਸਵੱਟੀ ਹੈ। ਜਿਹੜਾ ਇਸ ਕਸਵੱਟੀ ਉੱਤੇ ਖਰਾ ਉਤਰੇ ਉਹੀ ਖਰਾ ਹੈ। ਨੌਕਰੀ ਨਾਲ ਹੀ ਘਰ ਤੇ ਪਰਿਵਾਰ ਰੂਪੀ ਰੁੱਖ ਦੀਆਂ ਕਰੁੰਬਲਾਂ ਫੁੱਟਦੀਆਂ ਨੇ। 17ਵੇਂ ਕਾਂਡ ਵਿੱਚ ਇਬਨ ਦਾ ਸੰਵਾਦ ਵੀ ਇਸੇ ਬਾਰੇ ਹੀ ਹੈ। ਸਵਾਲ ਹਿੰਦੀ ਉਰਦੂ ਜਾਂ ਹਿੰਦੂ ਮੁਸਲਮਾਨ ਦਾ ਨਹੀਂ ਬਲਭੱਦਰ, ਇਬਨ ਨੇ ਕਿਹਾ, ਸਵਾਲ ਹੈ ਨੌਕਰੀ ਦਾ। ਹੁਣ ਕੁੜੀਆਂ ਮੁੰਡਿਆਂ ਨਾਲ ਸ਼ਾਦੀ ਨਹੀਂ ਕਰਦੀਆਂ, ਮੁੰਡੇ ਤਾਂ ਸਿਰਫ ਇਸ਼ਕ ਕਰਨ ਲਈ ਰਹਿ ਗਏ ਨੇ। ਸ਼ਾਦੀ ਤਾਂ ਨੌਕਰੀ ਨਾਲ ਕੀਤੀ ਜਾਂਦੀ ਏ। ਪਿਆਰ ਹੁਣ ਤਨਖਾਹ ਦੇ ਗਜ ਨਾਲ ਨਾਪਿਆ ਜਾਂਦਾ ਏ ਤੇ ਸੋਸ਼ਲ ਪੋਜੀਸ਼ਨ ਦੀ ਤੱਕੜੀ ਵਿੱਚ ਤੋਲਿਆ ਜਾਂਦਾ ਏ। ਟੋਪੀ ਸ਼ੁਕਲਾ ਨਾਵਲ ਦਾ ਅੰਤ ਕੀ ਹੋਇਆ? ਟੋਪੀ ਨਾਲ ਕੀ ਹੋਇਆ? ਇਹ ਇੱਕ ਵੱਡਾ ਸਵਾਲ ਹੈ। ਇੱਕ ਸਿੱਧੇ ਇਨਸਾਨ ਦਾ ਅਖੀਰ ਕੀ ਹੁੰਦਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ। ਟੋਪੀ ਨੇ ਆਪਣੇ ਵੱਲੋਂ ਮੁਹੱਬਤ ਵਸ ਸਲੀਮਾ ਦਾ PhD ਦਾ ਥੀਸਸ ਪੂਰਾ ਕਰਵਾਇਆ ਸੀ ਤੇ ਜਿਸ ਦਿਨ ਥੀਸਸ ਜਮ੍ਹਾਂ ਹੋਇਆ ਉਸ ਦਿਨ ਤੋਂ ਹੀ ਉਸਨੇ ਟੋਪੀ ਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿੱਤਾ ਸੀ। ਇਬਨ ਆਪਣੇ ਪਰਿਵਾਰ ਸਮੇਤ ਡਰ ਕਾਰਨ ਜੰਮੂ ਚਲਾ ਗਿਆ ਸੀ ਤੇ ਪਿੱਛੇ ਅਲੀਗੜ੍ਹ ਰਹਿ ਗਿਆ ਇਕੱਲਾ ਟੋਪੀ। ਉਸ ਨਾਲ ਕੀ ਹੋਇਆ ਜਾਣਨ ਲਈ ਇਸ ਨਾਵਲ ਨੂੰ ਪੜ੍ਹਨਾ ਜ਼ਰੂਰੀ ਹੈ। ਇਹ ਨਾਵਲ ਆਜ਼ਾਦੀ ਵੇਲੇ ਅਲੀਗੜ੍ਹ ਦੇ ਹਾਲਾਤ ਨੂੰ ਸਮਝਣ ਲਈ ਵੀ ਇੱਕ ਵਧੀਆ ਸਰੋਤ ਹੈ।